हेलो एवरीवन, वेलकम टू माय चैनल। सो इस वीडियो ਵਿੱਚ ਆਪਾਂ ਡਿਸਕਸ ਕਰਾਂਗੇ ਸਾਇੰਸ ਦੇ ਪੀਐਸ ਟੈਟ ਦੇ 2018 ਦੇ ਕੁਝ ਪ੍ਰੀਵੀਅਸ ਈਅਰ ਕੁਐਸਚਨਸ। ਆਲਰੇਡੀ ਚੈਨਲ ਉੱਪਰ ਸੀਡੀਪੀ ਪੰਜਾਬੀ ਅਤੇ ਮੈਥ ਦੇ 2018 ਦੇ ਕੁਐਸਚਨ ਵੀਡੀਓਜ਼ ਅਪਲੋਡ ਹੋ ਚੁੱਕੀਆਂ। ਸੋ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਸਾਇੰਸ ਦੇ ਕੁਐਸਚਨਸ। ਸੋ ਸਟਾਰਟ ਕਰਦੇ ਹਾਂ। Which of the following is an example of rotatory motion? A planet moving around the sun, a boy in the giant wheel, a spinning top, the bob of a swinging pendulum. So ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਰੋਟੇਟਰੀ ਮੋਸ਼ਨ ਬਾਰੇ। ਸੋ ਸਭ ਤੋਂ ਪਹਿਲਾਂ ਆਪਾਂ ਰੋਟੇਟਰੀ ਮੋਸ਼ਨ ਨੂੰ ਡਿਸਕਸ ਕਰ ਲੈਂਦੇ ਹਾਂ। ਸੋ ਰੋਟੇਟਰੀ ਮੋਸ਼ਨ ਦਾ ਮਤਲਬ ਕੀ ਹੋਏਗਾ? ਰੋਟੇਸ਼ਨ। ਮੋਸਟ ਆਫ ਦਾ ਸਟੂਡੈਂਟਸ ਨੂੰ ਰੋਟੇਸ਼ਨ ਅਤੇ ਰੈਵੋਲੂਸ਼ਨ ਦੇ ਵਿੱਚ ਡਿਫਰੈਂਸ ਪਤਾ ਹੋਏਗਾ। ਅਗਰ ਤੁਹਾਨੂੰ ਨਹੀਂ ਪਤਾ ਤਾਂ ਸਮਝ ਸਕਦੇ ਹੋ। ਦੇਖਿਏ, ਰੋਟੇਸ਼ਨ ਤੇ ਰੈਵੋਲੂਸ਼ਨ ਦੇ ਵਿੱਚ ਕੀ ਡਿਫਰੈਂਸ ਹੈ। ਸੋ ਇਹਦੇ ਵਿੱਚ ਜਿਹੜਾ ਬੇਸਿਕ ਡਿਫਰੈਂਸ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ। ਦੇਖੋ, ਰੈਵੋਲੂਸ਼ਨ ਦਾ ਮਤਲਬ ਹੈ ਕਿ ਕਿਸੇ ਹੋਰ ਚੀਜ਼ ਦੀ ਐਕਸਿਸ ਦੇ ਅਰਾਊਂਡ ਕੀ ਕਰਨਾ, ਚੱਕਰ ਲਗਾਣਾ। ਮੰਨ ਲਓ ਆਪਣੇ ਕੋਲ ਸਨ ਹੈ ਤੇ ਆ ਮੰਨ ਲਓ ਆਪਣੇ ਕੋਲ ਕੀ ਹੈ, ਅਰਥ ਹੈ। अर्थ की कर रही है सन दे अराउंड की कर रही है, एक चक्कर लगाती है। सो अर्थ की कर रही है सन दी एक्सिस दे अराउंड चक्कर लगा रही है। इट मीनस वो किसी होर बॉडी दी एक्सिस दे अराउंड मतलब एक चक्कर लगा रही है। उस चीज ਨੂੰ ਆਪਾਂ ਕੀ ਬੋਲਾਂਗੇ? ਰੈਵੋਲੂਸ਼ਨ। ਓਕੇ, ਨਾਓ ਅਗਰ ਜਿਹੜਾ ਅਰਥ ਹੁਣ ਆਪਾਂ ਨੂੰ ਇੰਨਾ ਪਤਾ ਕਿ ਅਰਥ ਆਪਣੀ ਐਕਸਿਸ ਦੇ ਅਰਾਊਂਡ ਵੀ ਕੀ ਕਰਦੀ ਹੈ? ਘੁੰਮਦੀ ਹੈ। ਇਸ ਦਾ ਮਤਲਬ ਕੀ ਹੈ? ਅਰਥ ਆਪਣੀ ਐਕਸਿਸ ਦੇ ਅਰਾਊਂਡ ਵੀ ਘੁੰਮਦੀ ਹੈ। ਇਹਦਾ ਮਤਲਬ ਕੀ ਹੁੰਦਾ ਆਪਣੇ ਕੋਲ? ਰੋਟੇਸ਼ਨ। ਮਤਲਬ ਅਗਰ ਤਾਂ ਆਪਣੀ ਐਕਸਿਸ ਦੇ ਅਰਾਊਂਡ ਹੀ ਘੁੰਮਣਾ, ਠੀਕ ਹੈ, ਉਹਨੂੰ ਆਪਾਂ ਕੀ ਕਵਾਂਗੇ? ਰੋਟੇਸ਼ਨ। ਐਂਡ ਅਗਰ ਕਿਸੇ ਹੋਰ ਬੋਡੀ ਦੀ ਐਕਸਿਸ ਦੇ ਅਰਾਊਂਡ ਘੁੰਮਣਾ, ਉਹਨੂੰ ਆਪਾਂ ਕੀ ਕਵਾਂਗੇ? ਰੈਵੋਲੂਸ਼ਨ। ਸੋ ਹੁਣ ਇਹਦਾ ਬੇਸਿਸ ਤੇ ਆਪਾਂ ਜੱਜ ਕਰਾਂਗੇ। देखो, अ प्लैनेट मूविंग अराउंड द सन। ਹੁਣ ਦੇਖੋ ਪਲੈਨਟ ਸਨ ਦੇ ਅਰਾਊਂਡ ਮੂਵ ਕਰ ਰਿਹਾ। ਸੋ ਇਹਦਾ ਬੇਸਿਕ ਮਤਲਬ ਕੀ ਹੈ ਕਿ ਪਲੈਨਟ ਕੀ ਕਰ ਰਿਹਾ? ਸਨ ਦੀ ਐਕਸਿਸ ਦੇ ਅਰਾਊਂਡ ਘੁੰਮ ਰਿਹਾ, ਕਿਸੇ ਹੋਰ ਦੀ ਐਕਸਿਸ ਦੇ ਅਰਾਊਂਡ ਘੁੰਮ ਰਿਹਾ। ਸੋ ਇਹ ਰੋਟੇਟਰੀ ਮੋਸ਼ਨ ਨਹੀਂ ਹੈ, ਇਹ ਰੈਵੋਲੂਸ਼ਨ ਹੈ। ਅ ਬॉय ਇਨ ਅ ਜਾਇੰਟ ਵੀਲ। ਦੇਖੋ ਜਾਇੰਟ ਵੀਲ ਕੀ ਹੁੰਦਾ? ਉਹਦੇ ਇੱਕ ਐਕਸਲ ਹੁੰਦਾ, ਉਹਦੇ ਅਰਾਊਂਡ ਕੀ ਹੁੰਦਾ? ਆਪਣੇ ਕੋਲ ਜਾਇੰਟ ਵੀਲ ਹੁੰਦਾ। ਜਿਵੇਂ ਮੇਲੇ ਦੇ ਵਿੱਚ ਜਿਹੜਾ ਝੂਲਾ ਹੁੰਦਾ, ਗੋਲ ਘੁੰਮਣ ਵਾਲਾ ਵੱਡਾ ਝੂਲਾ, ਉਹਨੂੰ ਆਪਾਂ ਕੀ ਬੋਲਦੇ ਆ? ਜਾਇੰਟ ਵੀਲ। ਉਹ ਜਾਇੰਟ ਵੀਲ ਦੇ ਵਿੱਚ ਕੀ ਹੁੰਦਾ? ਉਹ ਜਾਇੰਟ ਵੀਲ ਦੇ ਵਿੱਚ ਕੀ ਹੁੰਦਾ? ਜਿਵੇਂ ਐਵੇਂ ਕਰਕੇ ਝੂਲੇ ਲੱਗੇ ਹੁੰਦੇ ਆ, ਤੇ ਉੱਥੇ ਮੰਨ ਲਓ ਕੋਈ ਬॉय ਝੂਲਾ ਲੈ ਰਿਹਾ, ਤਾਂ ਉਹ ਕੀ ਕਰ ਰਿਹਾ? ਗੋਲ ਗੋਲ ਚੱਕਰ ਲਗਾ ਰਿਹਾ। ਗੋਲ ਚੱਕਰ ਲਗਾ ਰਿਹਾ ਬਟ ਕਿਹਦੇ ਅਰਾਊਂਡ? ਐਕਸਲ ਦੇ ਅਰਾਊਂਡ, ਕਿਸੇ ਹੋਰ ਬੋਡੀ ਦੀ ਐਕਸਿਸ ਦੇ ਅਰਾਊਂਡ। ਸੋ ਉਹ ਵੀ ਕੀ ਹੋ ਗਿਆ ਆਪਣੇ ਕੋਲ? ਰੈਵੋਲੂਸ਼ਨ। ਤੇ ਵੀ ਆਂਸਰ ਨਹੀਂ ਆਏਗਾ। ਸੋ ਜੋ ਲਾਸਟ ਆਪਸ਼ਨ ਹੈ ਆਪਣੇ ਕੋਲ ਸਵਿੰਗਿੰਗ ਪੈਂਡੂਲਮ, ਉਹ ਵੀ ਨਹੀਂ ਆਏਗਾ। ਸੋ ਦਾ ਆਂਸਰ ਕੀ ਹੋਏਗਾ? ਸਪਿਨਿੰਗ ਟੌਪ। ਸਪਿਨਿੰਗ ਟੌਪ ਮਤਲਬ ਜਿਵੇਂ ਕਿ ਲੱਟੂ। ਸੋ ਇੱਕ ਲੱਟੂ ਕੀ ਕਰਦਾ? ਆਪਣੀ ਹੀ ਐਕਸਿਸ ਦੇ ਅਰਾਊਂਡ ਘੁੰਮਦਾ ਰਹਿੰਦਾ ਹੈ ਨਾ, ਚੱਕਰ ਲਗਾਉਂਦਾ ਰਹਿੰਦਾ। ਆਈ ਹੋਪ ਤੁਸੀਂ ਛੋਟੇ ਹੁੰਦੇ ਮਤਲਬ ਲੱਟੂ ਦੇ ਨਾਲ ਜ਼ਰੂਰ ਖੇਡਿਆ ਹੋਏਗਾ। ਜਦੋਂ ਆਪਾਂ ਲੱਟੂ ਨੂੰ ਚਲਾਉਂਦੇ ਹਾਂ, ਆਪਣੀ ਹੀ ਐਕਸਿਸ ਦੇ ਅਰਾਊਂਡ ਘੁੰਮਦਾ ਰਹਿੰਦਾ ਹੈ। ਸੋ ਉਹਨੂੰ ਆਪਾਂ ਕੀ ਬੋਲਾਂਗੇ? ਸਪਿਨਿੰਗ ਟੌਪ। The amplitude of the sound wave decide its speed, pitch, loudness or source. So right answer is source. जितना ज़्यादा एम्पलीट्यूड होएगा उतनी ज़्यादा की होएगी? लाउडनेस होएगी, राइट। एंड जितनी ज़्यादा फ्रीक्वेंसी होएगी उतनी ज़्यादा पिच होएगी। जितना ज़्यादा एम्पलीट्यूड उतनी ज़्यादा लाउडनेस। एंड वन थिंग यू मस्ट रिमेंबर, एक क्वेश्चन बहुत ज़्यादा पूछा जाता है, ਲਾਊਡਨੈਸ ਨੂੰ ਮਾਪਣ ਲਈ ਕਿਹੜੇ ਯੂਨਿਟਸ ਯੂਜ਼ ਕੀਤੇ ਜਾਂਦੇ ਆ। ਸੋ ਤੁਸੀਂ ਯਾਦ ਰੱਖ ਸਕਦੇ ਹੋ, ਲਾਊਡਨੈਸ ਨੂੰ ਮਾਪਣ ਲਈ ਜਿਹੜੇ ਯੂਨਿਟਸ ਹੁੰਦੇ ਆ ਉਹ ਕਿਹੜੇ ਹੁੰਦੇ ਆ ਆਪਣੇ ਕੋਲ? ਡੈਸੀਬਲਸ। ਐਂਡ ਫ੍ਰੀਕੁਐਂਸੀ ਨੂੰ ਮਾਪਣ ਲਈ ਕਿਹੜੇ ਯੂਨਿਟਸ ਯੂਜ਼ ਕੀਤੇ ਜਾਂਦੇ ਆ? ਉਹ ਹੁੰਦੇ ਆ ਹਰਟਜ਼, ਰਾਈਟ। ਇਹ ਹੁੰਦੇ ਆ ਆਪਣੇ ਕੋਲ ਹਰਟਜ਼। ਤੁਸੀਂ ਇਹਨੂੰ ਨੋਟ ਡਾਊਨ ਕਰ ਸਕਦੇ ਹੋ, ਇੰਪੋਰਟੈਂਟ ਹੈ। ਓਕੇ, ਸੋ ਸਾਊਂਡ ਵੇਵਸ ਜੇ ਅਗਰ ਆਪਾਂ ਐਂਪਲੀਟਿਊਡ ਦੀ ਗੱਲ ਕਰੀਏ, ਐਂਪਲੀਟਿਊਡ ਨੂੰ ਵਧਾਉਣ ਨਾਲ ਲਾਊਡਨੈਸ ਇਨਕਰੀਜ਼ ਹੁੰਦੀ ਹੈ। ਐਂਡ ਪਿਚ ਨੂੰ ਇਨਕਰੀਜ਼ ਕਰਨ ਦੇ, ਫ੍ਰੀਕੁਐਂਸੀ ਨੂੰ ਇਨਕਰੀਜ਼ ਕਰਨ ਨਾਲ ਪਿਚ ਇਨਕਰੀਜ਼ ਹੁੰਦੀ ਹੈ। When the moon is in the penumbra of shadow of the earth, what kind of eclipse occur?
solar eclipse, lunar eclipse, partial lunar eclipse, no eclipse. So its right answer is no eclipse. ਚਲੋ ਦੇਖੋ ਐਕਲਿਪਸ ਦੇ ਵਿੱਚੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੈ, ਸੋ ਆਪਾਂ ਉਹਨੂੰ ਵੀ ਥੋੜਾ ਜਿਹਾ ਡਿਸਕਸ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਸੋਲਰ ਇਕਲਿਪਸ ਨੂੰ। ਸੋ ਸੋਲਰ ਇਕਲਿਪਸ ਬੇਸਿਕਲੀ ਕੀ ਹੁੰਦਾ ਹੈ ਕਿ ਅਗਰ ਆਪਣੇ ਕੋਲ ਸਨ ਤੇ ਅਰਥ ਦੇ ਵਿਚਾਲੇ ਕੀ ਆ ਜੇ ਮੂਨ, ਉਹਨੂੰ ਆਪਾਂ ਕੀ ਬੋਲਾਂਗੇ ਸੋਲਰ ਇਕਲਿਪਸ। ਮਤਲਬ ਸਨ ਦੀ ਜਿਹੜੀ ਰੋਸ਼ਨੀ ਹੈ ਉਹ ਅਰਥ ਤੱਕ ਨਹੀਂ ਪਹੁੰਚਦੀ, ਸੋਲਰ ਇਕਲਿਪਸ ਹੋ ਗਿਆ। ਤੇ ਲੂਨਰ ਇਕਲਿਪਸ ਕਿਹੜਾ ਹੋਏਗਾ, ਅਗਰ ਸਨ ਤੇ ਮੂਨ ਦੇ ਵਿਚਾਲੇ ਅਰਥ ਆ ਜੇ, ਸੋ ਉਹਨੂੰ ਆਪਾਂ ਕੀ ਬੋਲਾਂਗੇ ਲੂਨਰ ਇਕਲਿਪਸ। ਸੋ ਜਿਹੜਾ ਇਹ ਕੁਐਸਚਨ ਹੈ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ, that is no eclipse. Next question is rechargeable torchlight uses dry cell, lead acid accumulator, nickel iron accumulator or nickel cadmium. So the right answer is nickel cadmium cell. So rechargeable ਜਿਹੜੀ torchlight ਹੁੰਦੀ ਹੈ ਉਹ ਕਿਹੜਾ cell use ਕਰਦੀ ਹੈ, nickel cadmium. You must remember this. nickel and cadmium. The shape of the Milky Way. So Milky Way ਦੀ shape ਕਿਸ ਤਰੀਕੇ ਦੀ ਹੁੰਦੀ ਹੈ, Milky Way ਦੀ shape ਹੁੰਦੀ ਹੈ spiral. Photographic camera works on which of the following phenomena of light? So photographic camera works on the phenomena of refraction. So ਇਹਦੇ ਵਿੱਚ ਆਪਣੇ ਕੋਲ ਗੱਲ ਹੈ ਰਿਫਲੈਕਸ਼ਨ, ਡਿਸਪਰਸ਼ਨ ਤੇ ਸਕੈਟਰਿੰਗ। ਸੋ ਇਹਦਾ ਰਾਈਟ ਆਂਸਰ ਹੈ ਰਿਫਰੈਕਸ਼ਨ। ਰਿਫਰੈਕਸ਼ਨ ਕੀ ਹੁੰਦਾ ਹੈ, ਬੈਂਡਿੰਗ ਹੁੰਦੀ ਹੈ ਲਾਈਟ ਦੀ, ਠੀਕ ਹੈ, ਜਦੋਂ ਮੀਡੀਅਮ ਹੁੰਦਾ ਚੇਂਜ, ਸੋ ਲਾਈਟ ਦੀ ਬੈਂਡਿੰਗ ਨੂੰ ਹੀ ਕੀ ਕਿਹਾ ਜਾਂਦਾ ਹੈ, ਰਿਫਰੈਕਸ਼ਨ। The purpose of making education compulsory up to 10th class is, 10th class ਤੱਕ ਐਜੂਕੇਸ਼ਨ ਨੂੰ ਕੰਪਲਸਰੀ ਕਰਨ ਦਾ ਮੀਨਿੰਗ ਕੀ ਹੈ, ਟੂ ਇਨਕੁਲੇਟ ਰੈਸ਼ਨਲ ਟੈਂਪਰ, to inculcate rational temper, right? Next question is the meaning of the word fresco is. देखो ये क्वेश्चन बहुत बार रिपीट हो चुका है, CDP ਦੇ ਵਿੱਚ ਵੀ क्वेश्चन ਪੁੱਛਿਆ ਗਿਆ ਤੇ ਹੁਣ ਅਗੇਨ ਇਹ ਸਾਇੰਸਸ ਦੇ ਵਿੱਚ ਵੀ क्वेश्चन ਪੁੱਛਿਆ ਗਿਆ। ਫੁਰੈਸਕੋ ਦਾ ਮਤਲਬ ਹੈ, ਫੁਰੈਸਕੋ ਦਾ ਮਤਲਬ ਹੁੰਦਾ ਹੈ ਟੂ ਡਿਸਕਵਰ, ਕਿਸੇ ਦੀ ਖੋਜ ਕਰਨਾ। When one moves from specific example to generalization, that approach is known as inductive approach. So inductive approach ਕੀ ਹੁੰਦੀ ਹੈ, inductive approach ਹੁੰਦੀ ਹੈ ਕਿ example 2 ਤੋਂ ਫਾਰਮੂਲੇ ਵੱਲ ਜਾਣਾ। ਅਗਰ ਮੈਂ ਨੋਰਮਲ ਦੱਸਾਂ ਤਾਂ example to formula. So deductive approach ਕੀ ਹੁੰਦੀ ਹੈ, deductive approach ਹੁੰਦੀ ਹੈ ਆਪਣੇ ਕੋਲ formula to example। ਕਹਿਣ ਦਾ ਮਤਲਬ ਕੀ ਹੈ, ਐਜ਼ ਅ ਟੀਚਰ ਜਦੋਂ ਵੀ ਤੁਸੀਂ ਕਲਾਸ 'ਚ ਪੜ੍ਹਾਉਣ ਜਾਂਦੇ ਹੋਵੋਗੇ, ਤੁਸੀਂ ਨੋਟ ਕੀਤਾ ਹੋਏਗਾ ਕਿ ਦੇਖੋ ਕਈ ਟੀਚਰ ਕੀ ਕਰਦੇ ਆ, ਪਹਿਲਾਂ ਕਨਸੈਪਟ ਦੱਸ ਦਿੰਦੇ ਆ, ਕਨਸੈਪਟ ਦੱਸਣ ਤੋਂ ਬਾਅਦ ਉਹ ਉਹਨਾਂ ਦੀਆਂ ਐਗਜ਼ਾਮਪਲਸ ਦੇ ਦਿੰਦੇ, ਰਾਈਟ। ਬਟ ਕੁਝ ਸਟੂਡੈਂਟ ਟੀਚਰ ਕੀ ਕਰਨਗੇ, ਪਹਿਲਾਂ ਐਗਜ਼ਾਮਪਲਸ ਦੇਣਗੇ ਐਂਡ ਦੈਨ ਦੇ ਕਮ ਟੂ ਦਾ ਕਨਸੈਪਟ। ਸੋ ਜਿੰਦੇ ਵਿੱਚ ਸਭ ਤੋਂ ਪਹਿਲਾਂ ਕਨਸੈਪਟ ਦੱਸਿਆ ਜਾਵੇ ਉਹਨੂੰ ਆਪਾਂ ਕੀ ਕਹਾਂਗੇ, ਡਿਡਕਟਿਵ ਅਪਰੋਚ। ਅਗਰ ਜਿਹਦੇ 'ਚ ਪਹਿਲਾਂ ਐਗਜ਼ਾਮਪਲ ਦੱਸੀ ਜਾਵੇ ਉਹਨੂੰ ਆਪਾਂ ਕਹਾਂਗੇ ਇੰਡਕਟਿਵ ਅਪਰੋਚ। ਯੂ ਮਸਟ ਰਿਮੈਂਬਰ ਦਿਸ। ਐਂਡ ਵਨ ਥਿੰਗ ਮੋਰ, ਅਗਰ ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਾਂ, ਜਿਵੇਂ ਆਪਾਂ ਸਾਇੰਸ ਦੇ ਵਿੱਚ ਮੈਂ ਹੁਣ ਤੁਹਾਨੂੰ ਰੋਟੇਸ਼ਨ ਤੇ ਰੈਵੋਲਿਊਸ਼ਨ, ਅਗਰ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੱਸ ਕੇ ਫਿਰ ਮੈਂ ਤੁਹਾਨੂੰ ਕਨਸੈਪਟ ਤੇ ਆਵਾਂ ਤਾਂ ਉਹ ਦੈਟ ਅਪਰੋਚ ਇਜ਼ ਇੰਡਕਟਿਵ ਅਪਰੋਚ। ਐਂਡ ਇਸ ਟੌਪਿਕ ਦੇ ਵਿੱਚੋਂ ਮੈਥਸ ਵਿੱਚ ਵੀ, ਦੀ ਪੈਡਾਗੋਜੀ ਦੇ ਵਿੱਚ ਵੀ, ਇਵਨ ਪੰਜਾਬੀ ਦੇ ਵਿੱਚ ਵੀ ਕਿਸੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਇੰਡਕਟਿਵ ਤੇ ਡਿਡਕਟਿਵ ਅਪਰੋਚ ਬਾਰੇ। ਸੋ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਕਿ ਕਿਹੜੀ ਅਪਰੋਚ ਕਿੰਦੇ 'ਚ ਹੈ। ਐਵੇਂ ਯਾਦ ਕਰ ਸਕਦੇ ਹੋ ਕਿ ਇੰਡਕਟਿਵ ਦੇ ਵਿੱਚ ਐਗਜ਼ਾਮਪਲਸ ਪਹਿਲਾਂ, ਅਗਰ ਇੱਕ ਇੰਨਾ ਯਾਦ ਕਰ ਲਓਗੇ ਬਾਕੀ ਤੁਹਾਨੂੰ ਆਪਣੇ ਆਪ ਯਾਦ ਹੋ ਜਾਏਗਾ। ਸੋ ਇੱਥੇ ਕੀ ਲਿਖਿਆ ਆਪਣੇ ਕੋਲ, specific example to generalization, that is why answer is inductive approach. Which skill or ability of the student is best assessed if she is asked to see and draw the structure of the leaf? ਆਪਾਂ ਕਿਹੜੀ ਐਬਿਲਿਟੀ ਦੇਖਾਂਗੇ ਸਟੂਡੈਂਟ ਦੇ ਅੰਦਰ, ਅਗਰ ਆਪਾਂ ਉਹਨੂੰ ਦੇਖਾਂਗੇ ਕਿ ਪਹਿਲਾਂ ਤੁਸੀਂ ਲੀਫ ਨੂੰ ਦੇਖੋ ਫਿਰ ਉਹਨੂੰ ਡਰਾ ਕਰੋ।
ਸਟਰਕਚਰ ਨੂੰ, ਆਪਾਂ ਉਹਦੀ ਦੇਖਾਂਗੇ ਆਬਜ਼ਰਵੇਸ਼ਨ ਕਿਵੇਂ ਦੀ ਹੈ, ਕਿ ਉਹਨਾਂ ਨੂੰ ਕਿਵੇਂ ਦੇਖਿਆ। ਅਗਰ ਕੋਈ ਸਟੂਡੈਂਟ ਲੀਫ ਨੂੰ ਦੇਖ ਕੇ ਨਾ ਉਸੇ ਤਰ੍ਹਾਂ ਦੀ ਸ਼ੇਪ ਬਣਾ ਦੇ, ਮਤਲਬ ਉਹਦੀ ਆਬਜ਼ਰਵੇਸ਼ਨ ਬਹੁਤ ਅੱਛੀ ਹੈ। The main aim of questioning in the classrooms are to create interest and curiosity to motivate the students to test the previous knowledge. So I think ਇਹਨਾਂ ਦਾ ਆਨਸਰ ਕੀ ਆਏਗਾ, all of the above। ਆਪਾਂ ਕਲਾਸ ਵਿੱਚ ਕੁਐਸਚਨਿੰਗ ਕਰਦੇ ਹਾਂ, ਬੱਚਿਆਂ ਨੂੰ ਕੁਐਸਚਨਸ ਪੁੱਛਦੇ ਹਾਂ ਤਾਂ ਕਿ ਬੱਚਿਆਂ ਦਾ ਕਲਾਸ 'ਚ ਇੰਟਰਸਟ ਬਣੇ ਰਹੇ। ਦੇਖੋ ਜੋ ਵੀ ਕਲਾਸਰੂਮ ਦੇ ਵਿੱਚ ਕੀ ਹੁੰਦਾ ਕਿ ਟੀਚਰ ਤੇ ਸਟੂਡੈਂਟ ਦੀ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤੁਸੀਂ ਵੀ ਸਟੂਡੈਂਟ ਆਪਾਂ ਰਹਿ ਚੁੱਕੇ ਹਾਂ ਸਾਰੇ, ਸੋ ਜਦੋਂ ਵੀ ਕਲਾਸ ਦੇ ਵਿੱਚ ਅਗਰ ਟੀਚਰ ਆਪਾਂ ਨੂੰ ਸਿਰਫ ਟੀਚ ਕਰਦਾ ਰਹੇ, ਆਪਣੇ ਨਾਲ ਇੰਟਰੈਕਸ਼ਨ ਨਾ ਕਰੇ, ਤਾਂ ਕਲਾਸਰੂਮ ਬਹੁਤ ਜ਼ਿਆਦਾ ਬੋਰਿੰਗ ਹੋ ਜਾਂਦੀ ਹੈ ਐਂਡ ਕੁਝ ਸਟੂਡੈਂਟਸ ਨਾ ਅਟੈਂਸ਼ਨ ਵੀ ਨਹੀਂ ਦੇਣਾ ਸ਼ੁਰੂ ਕਰ ਦਿੰਦੇ। ਬਟ ਜਿਵੇਂ ਹੀ ਟੀਚਰ ਕੀ ਕੁਐਸਚਨਿੰਗ ਕਰਨਾ ਸ਼ੁਰੂ ਕਰ ਦਿੰਦੇ, ਬੱਚੇ ਅਟੈਂਸ਼ਨ ਦੇਣ ਲੱਗ ਪੈਂਦੇ ਟੀਚਰ ਵੱਲ। ਸੋ ਨਾ ਬੱਚਿਆਂ ਦੇ ਇੰਟਰਸਟ ਤੇ ਕਿਉਰਿਓਸਿਟੀ ਬਣਿਆ ਰਹਿੰਦਾ, ਸਟੂਡੈਂਟਸ ਮੋਟੀਵੇਟ ਹੁੰਦੇ ਆ। ਅਗਰ ਮੰਨ ਲਓ ਤੁਸੀਂ ਕਿਸੇ ਨੇ ਸਹੀ ਆਨਸਰ ਦਿੱਤਾ ਤਾਂ ਉਹਨੂੰ ਵਾਸਤੇ ਉਹ ਮੋਟੀਵੇਸ਼ਨ ਹੈ, ਰਾਈਟ, ਟੂ ਟੈਸਟ ਦ ਪ੍ਰੀਵੀਅਸ ਨੌਲੇਜ ਟੈਸਟ ਕਰ ਸਕਦੇ ਆ। ਸੋ ਇਹਦਾ ਰਾਈਟ ਆਨਸਰ ਕੀ ਆਏਗਾ, ਆਲ ਆਫ ਦ ਅਬਵ। Who discovered the branching style of programmed instruction? So in the right answer क्या आएगा, Norman A. Crowder। ये तो लर्न करना पड़ेगा। ब्रांचिंग स्टाइल ऑफ प्रोग्राम्ड इंस्ट्रक्शन किन्ने था सी, नॉर्मन ए क्राउडर। Assessment in science should focus more on the testing ability of the students. Assessment in science should focus more on testing the ability of the students to apply the to answer open-ended question, be sufficiently equipped for higher learning, state the facts and principle of science correctly, apply the understanding of concept to unfamiliar situations in every life. So option D is the right answer। देखो ਹੁਣ ਇਹਨੂੰ ਆਪਾਂ ਸਮਝ ਲੈਂਦੇ ਥੋੜਾ। ਦੇਖੋ ਅਗਰ ਆਪਾਂ ਸਾਇੰਸ ਦੀ ਅਸੈਸਮੈਂਟ ਕਰ ਰਹੇ ਹਾਂ ਤਾਂ ਆਪਾਂ ਟੀਚਰ ਕਿੰਦੇ ਤੇ ਜ਼ਿਆਦਾ ਫੋਕਸ ਕਰੇਗਾ, ਕੀ ਐਬਿਲਿਟੀ ਚੈੱਕ ਕਰੇਗਾ, ਸਾਇੰਸ ਸਟੂਡੈਂਟਸ ਦੀ। ਦੇਖੋ ਸਾਇੰਸ ਸਟੂਡੈਂਟਸ ਦੀ ਜਿਹੜੀ ਐਬਿਲਿਟੀ ਹੋਏਗੀ ਨਾ, ਹਮੇਸ਼ਾ ਕਿੱਥੋਂ ਚੈੱਕ ਹੋਏਗੀ, ਉਹਨਾਂ ਜਿਹੜੀ ਅਪਰੋਚ ਹੋਣੀ ਚਾਹੀਦੀ ਹੈ ਨਾ, ਉਹ ਬਹੁਤ ਹੀ ਜ਼ਿਆਦਾ ਕੀ ਹੋਣੀ ਚਾਹੀਦੀ ਹੈ, ਪ੍ਰੈਕਟੀਕਲ ਹੋਣੀ ਚਾਹੀਦੀ ਹੈ। ਸੋ ਅਪਲਾਈ ਦ ਅੰਡਰਸਟੈਂਡਿੰਗ ਆਫ ਕਨਸੈਪਟ, ਅਗਰ ਸਟੂਡੈਂਟ ਕੀ ਕਰੇ, ਕਨਸੈਪਟ ਦੀ ਜਿਹੜੀ ਅੰਡਰਸਟੈਂਡਿੰਗ ਹੈ ਟੂ ਅਨਫੈਮਿਲੀਅਰ ਸਿਚੁਏਸ਼ਨ ਇਨ ਐਵਰੀਡੇ ਲਾਈਫ, ਉਹ ਐਵਰੀਡੇ ਲਾਈਫ 'ਚ ਉਹਨੂੰ ਯੂਜ਼ ਕਰੇ, ਤਾਂ ਹੀ ਹੁੰਦਾ ਉਹਨਾਂ ਨੂੰ ਕੀ ਮਿਲੇਗਾ, ਬੈਨੀਫਿਟ ਮਿਲੇਗਾ। Constructivist approach in teaching science refers to, constructivist approach in teaching science refers to providing experiential learning to the student। Experiential students is by learning is by doing experiments, याद रख लो, experiential learning is by doing experiments। Next is practical work in science may be given due to emphasize in order to practical work ਦਿੱਤਾ ਜਾਂਦਾ to help the student verify the theoretical concepts। ਹੁਣ ਦੇਖੋ ਅਗਰ ਤੁਸੀਂ ਮੰਨ ਲਓ ਫਿਜ਼ਿਕਸ ਦਾ ਕੋਈ ਟੌਪਿਕ ਕਰਵਾ ਰਹੇ ਹੋ, ਫॉर एग्जांपल ਤੁਸੀਂ ਕਰਵਾਇਆ ਬੱਚੇ ਨੂੰ ਓਮਸ ਲਾਅ, ਤੁਸੀਂ ਬੱਚਿਆਂ ਨੂੰ ਦੱਸਿਆ ਇੱਕ ਬੈਟਰੀ ਹੈ, ਇੱਕ ਐਮੀਟਰ ਹੈ, ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕਨੈਕਟ ਕਰ ਦਿੱਤਾ, ਬਟ ਬੱਚੇ ਨੂੰ ਅਗਰ ਤੁਸੀਂ ਉਹਨੂੰ ਪ੍ਰੈਕਟੀਕਲੀ ਸਮਝਾ ਦੋਗੇ ਤਾਂ ਉਹਦਾ ਜਿਹੜਾ ਥਿਓਰੈਟੀਕਲ ਕਨਸੈਪਟ ਹੈ ਉਹ ਵੈਰੀਫਾਈ ਹੋ ਜਾਏਗਾ। Next is grafting। So grafting is a method of, so ये साइंस का क्वेश्चन है बायो ਦਾ, grafting is a method of artificial vegetative propagation। ठीक है, so grafting ਇੱਕ ਮੈਥਡ ਹੁੰਦਾ ਜਿਹਦੇ ਥਰੂ ਆਪਾਂ artificial vegetative propagation ਕਰ ਸਕਦੇ। vegetative propagation ਦਾ ਟੌਪਿਕ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਲਈ ਕਨਸੈਪਟ ਦੀ ਵੀਡੀਓਜ਼ ਵੀ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਸੋ ਇਸ ਤਰੀਕੇ ਦੀਆਂ ਵੀਡੀਓ ਜਿਹਦੇ 'ਚ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ। ਹੁਣ ਆਪਾਂ ਸਿਰਫ ਇਹਨਾਂ ਦੇ ਆਨਸਰਸ ਨੂੰ ਥੋੜਾ ਬਹੁਤ ਮੈਂ ਤੁਹਾਨੂੰ ਦੱਸ ਰਿਹਾ। ਅਗਰ ਤੁਸੀਂ ਇਹਨਾਂ ਦੀ ਡਿਟੇਲ ਸੁਣਨਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਤੁਹਾਨੂੰ ਉਹ ਵੀਡੀਓ ਲੈ ਕੇ ਉਹਨਾਂ ਦੀ ਆਵਾਂਗਾ। The three major types of fertilizers are, so three major types of fertilizers are phosphatic, potassic and nitrogenous, right। so fertilizers ਕੀ ਹੁੰਦੇ ਆ, ਮੈਨਿਓਰ ਕੀ ਹੁੰਦਾ, ਜਿਵੇਂ ਕਿ ਦੇਖੋ ਮੈਨਿਓਰ ਕੀ ਹੁੰਦਾ ਆਪਣੇ ਕੋਲ, ਜਿਵੇਂ ਦੇਖੋ ਆਪਣੇ ਕੋਲ ਇੱਕ ਪਲਾਂਟ ਹੈ, ਪਲਾਂਟ ਨੂੰ ਕਿੰਨੇ ਤਰ੍ਹਾਂ ਦੇ, ਟੋਟਲ 16 ਤਰ੍ਹਾਂ ਦੇ ਤੱਤ ਚਾਹੀਦੇ ਹੁੰਦੇ, 16 ਤਰ੍ਹਾਂ ਦੇ ਤੱਤ ਚਾਹੀਦੇ ਹੁੰਦੇ। ਉਹਨਾਂ ਵਿੱਚ ਜਿਹੜਾ ਕਾਰਬਨ ਹੈ ਤੇ ਜਿਹੜਾ ਆਕਸੀਜਨ ਹੈ ਉਹ 에ਅਰ ਪੂਰੀ ਕਰ ਦਿੰਦੀ ਹੈ, ਹਾਈਡਰੋਜਨ ਉਹਨਾਂ ਨੂੰ ਵਾਟਰ ਤੋਂ ਮਿਲ ਜਾਂਦਾ ਹੈ, ਤੇ ਬਾਕੀ ਦੇ ਸਾਰੇ 13 ਉਹਨਾਂ ਨੂੰ ਕਿੱਥੋਂ ਮਿਲਦੇ ਹੁੰਦੇ ਆ, ਸੋਇਲ ਤੋਂ ਮਿਲਦੇ ਹੁੰਦੇ। ਹੁਣ ਜਿਹੜੀ ਸੋਇਲ ਹੈ, ਸੋਇਲ ਦੇ ਵਿੱਚ ਉਹਨੂੰ 13 ਮਿਲਦੇ ਆ, ਤਾਂ ਜਿਹੜੀ ਸੋਇਲ ਹੈ ਉਹਦੇ ਵਿੱਚ ਉਹਦੀ ਜਿਹੜੀ ਸ਼ਕਤੀ ਉਹ ਜਾਰੀ ਹੋਣੀ ਚਾਹੀਦੀ, ਉਹਦੀ ਸ਼ਕਤੀ ਆਪਾਂ ਕਿਵੇਂ ਤੇਜ਼ ਕਰ ਸਕਦੇ ਹਾਂ, ਬਾਈ ਐਡਿੰਗ ਮੈਨਿਓਰ ਐਂਡ
ਫਰਟੀਲਾਈਜ਼ਰਸ। ਮੈਨਿਓਰ ਕੀ ਹੁੰਦਾ? ਆਰਗੈਨਿਕ ਹੁੰਦਾ। ਆਰਗੈਨਿਕ ਹੁੰਦਾ ਜਿਵੇਂ ਕਿ ਕਾਊ ਡੰਗ ਹੋ ਗਿਆ ਜਾਂ ਐਕਸਕ੍ਰੀਟਾ ਹੋ ਗਿਆ, ਵੇਸਟ ਮਟੀਰੀਅਲ ਹੋ ਗਿਆ, ਕੋਈ ਪੱਤੇ ਪੁੱਤੇ ਨਾ ਸਬਜ਼ੀਆਂ ਦੇ ਜੋ ਵੀ ਹੁੰਦੇ ਆ ਸਮਾਨ, ਉਹ ਸਾਰਿਆਂ ਤੋਂ ਮੈਨਿਓਰ ਬਣਾ ਸਕਦੇ ਹਾਂ ਆਪਾਂ, ਟੋਟਲੀ ਆਰਗੈਨਿਕ। ਬਟ ਫਰਟੀਲਾਈਜ਼ਰਸ ਕੀ ਹੁੰਦੇ ਆ? ਇਨਆਰਗੈਨਿਕ ਹੁੰਦੇ ਆ ਆਪਣੇ ਕੋਲ। ਇਨਆਰਗੈਨਿਕ ਚੀਜ਼ਾਂ ਜਿਵੇਂ ਨਾਈਟ੍ਰੋਜਨ, ਫਾਸਫੇਟ ਹੈ ਨਾ, ਪੋਟਾਸ਼, ਇਹ ਸਾਰੇ ਆਪਾਂ ਯੂਜ਼ ਕਰ ਸਕਦੇ ਹਾਂ। ਸੋ 3 ਮੇਜਰ ਟਾਈਪ ਆਫ ਫਰਟੀਲਾਈਜ਼ਰਸ ਆਪਣੇ ਕੋਲ ਹੋ ਗਏ ਇਹ। Which of the following is not true? Which of the following is not true? Living organisms are made of cells. The cell is a structural unit of life. That's true. The cell is a functional unit of life. That's true. ਜਦੋਂ ਵੀ not true ਵਾਲੇ ਕੁਐਸਚਨ ਆਣ ਨਾ, ਦੇਖੋ ਐਕਚੁਅਲ ਪਰਪਸ ਆਪਣਾ ਕੀ ਹੁੰਦਾ ਹੈ ਕਿ ਆਪਾਂ ਅੰਡਰਸਟੈਂਡਿੰਗ ਵਧਾ ਸਕੀਏ, ਰਾਈਟ। ਸੋ ਜਦੋਂ ਵੀ ਇਹੋ ਜਿਹੇ ਕੁਐਸਚਨ not true ਆਣ, ਤੁਸੀਂ ਐਮਫਸਾਈਜ਼ ਨਹੀਂ ਕਰਨਾ ਜਿਹੜੀ ਆਪਸ਼ਨ ਕਰੈਕਟ ਹੈ, ਤੁਸੀਂ ਦੂਸਰੀ ਆਪਸ਼ਨ ਵੱਲ ਧਿਆਨ ਜ਼ਿਆਦਾ ਦੇਣਾ, ਕਿਉਂਕਿ ਹੁਣ ਆਪਾਂ ਰਿਵਾਈਜ਼ ਕਰੇ ਤਾਂ ਕਿ ਆਪਾਂ ਲਰਨ ਰਵੇ। ਸੋ ਆਪਾਂ ਆਪਸ਼ਨ ਨਹੀਂ ਪੜ੍ਹਦੇ, ਲਿਵਿੰਗ ਆਰਗੈਨਿਜ਼ਮ ਆਰ ਮੇਡ ਆਫ ਸੈਲਸ, ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣਾ ਲਿਵਿੰਗ ਆਰਗੈਨਿਜ਼ਮਸ ਉਹ ਸੈਲ ਦੇ ਬਣੇ ਆ। ਦ ਸੈਲ ਇਜ਼ ਅ ਸਟਰਕਚਰਲ ਯੂਨਿਟ ਆਫ ਲਾਈਫ, cells is a functional unit of life too. Next question is ecology is the study of habitat. Vascular bundle consists of xylem and phloem. Which blood group is termed as universal recipient? AB. So AB, the universal donor कौन है? O. Rods and cones are sensitive to sight. ਇਹ ਆਪਣੇ roads ਤੇ cones ਜਿਹੜੇ ਹੁੰਦੇ ਆ ਨਾ, ਇਹ human eye ਦੇ ਵਿੱਚ present ਹੁੰਦੇ ਆ। So ਇਹ ਕਿੰਨੂੰ sensitive ਹੈ? sight. Which among the following is the largest surface area? Activated charcoal. So charcoal ਦੀ ਅਗਰ ਮੈਂ ਥੋੜਾ ਜਿਹਾ ਤੁਹਾਨੂੰ ਗੱਲ ਦੱਸਾਂ, charcoal ਦੇ ਅੰਦਰ ਕੀ ਹੁੰਦੀ ਹੈ? adsorption. ਸੋ ਐਡਜ਼ੋਰਪਸ਼ਨ ਕਿੰਦੇ ਤੇ ਹੁੰਦੀ ਹੈ? ਸਰਫੇਸ ਦੇ ਉੱਪਰ। ਸੋ ਸਰਫੇਸ ਉੱਪਰ ਕੀ ਹੋਏਗਾ ਆਪਣੇ ਕੋਲ? ਸੋ ਇਸ ਕਰਕੇ ਇਹਦਾ ਲਾਰਜਰ ਸਰਫੇਸ ਏਰੀਆ ਹੁੰਦਾ ਹੈ, ਇਹ ਯਾਦ ਰੱਖ ਸਕਦੇ ਹੋ ਤੁਸੀਂ, ਬਹੁਤ ਇੰਪੋਰਟੈਂਟ ਹੈ। ਐਕਚੁਅਲੀ ਜਿਹੜਾ ਚਾਰਕੋਲ ਹੁੰਦਾ ਆਪਣੇ ਕੋਲ ਐਡਜ਼ੋਰਬੈਂਟ ਦਾ ਕੰਮ ਕਰਦਾ ਹੈ। ਐਡਜ਼ੋਰਬੈਂਟ ਤੇ ਐਡਜ਼ੋਰਬੈਂਟ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ? ਐਡਜ਼ੋਰਬੈਂਟ ਹੁੰਦਾ ਆਪਣੇ ਕੋਲ ਜਿੰਦੇ ਉੱਪਰ ਆ ਕੇ ਚੀਜ਼ ਲੱਗਦੀ ਹੈ, ਤੇ ਐਡਜ਼ੋਰਬੈਂਟ ਹੁੰਦਾ ਜੋ ਆ ਕੇ ਚਿਪਕਦਾ ਹੈ। ਸੋ ਯਾਦ ਰੱਖਣਾ, ਐਡਜ਼ੋਰਬੈਂਟ ਦਾ ਸਰਫੇਸ ਏਰੀਆ ਹਮੇਸ਼ਾ ਕੀ ਹੋਏਗਾ? ਜ਼ਿਆਦਾ। ਜਿਵੇਂ ਮੰਨ ਲਓ ਡਸਟ ਪਾਰਟੀਕਲਸ ਆਪਣੇ ਫੇਸ ਦੇ ਉੱਪਰ ਆ ਕੇ ਲੱਗ ਰਹੇ ਆ, ਉਹ ਕੀ ਹੋ ਰਹੀ ਹੈ? ਐਡਜ਼ੋਰਪਸ਼ਨ ਹੋ ਰਹੀ ਹੈ। ਇੱਕ ਹੁੰਦੀ ਹੈ ਐਬਜ਼ੋਰਪਸ਼ਨ, ਇੱਕ ਹੁੰਦੀ ਹੈ ਐਡਜ਼ੋਰਪਸ਼ਨ। ਐਡਜ਼ੋਰਪਸ਼ਨ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ, ਤੇ ਐਬਜ਼ੋਰਪਸ਼ਨ ਹੁੰਦਾ ਕਿ ਕਿਸੇ ਦਾ ਬਲਕ ਦਾ ਮਿਲ ਜਾਣਾ ਆਪਸ ਵਿੱਚ। ਪਰ ਇੱਥੇ ਆਪਣਾ ਟੌਪਿਕ ਇੰਨਾ ਡੀਪ ਨਹੀਂ ਜਾਵਾਂਗੇ ਆਪਾਂ ਸਿੰਪਲੀ ਯਾਦ ਰੱਖਣਾ ਲਾਰਜਰ ਸਰਫੇਸ ਏਰੀਆ ਕਿੰਦਾ ਹੋਏਗਾ? ਐਕਟੀਵੇਟਿਡ ਚਾਰਕੋਲ। On electrolysis, which of the following electrolyte will give hydrogen at cathode? So right answer is sodium chloride solution. Which one of the following metal can be purified by distillation? That is mercury. Which of the following is not a chemical change? Freezing of water. So ये समझ लो chemical change क्या होता है? Chemical change क्या होता है? State मतलब change हो जाना, तो पूरी तरह change हो जाना। Physical change क्या होता है? State दे विच change है ना, पर नहीं change होना बाकी। तो freezing point of water, ਹੁਣ ਵਾਟਰ ਹੈ H2 ਹੀ ਰਹੇਗਾ, ਚਾਹੇ ਉਹ ਆइस है, ਚਾਹੇ ਉਹ ਵਾਟਰ ਹੈ, ਕਿਸੇ ਵੀ ਚੀਜ਼ ਹੈ, ਉਹ ਰਹੇਗਾ ਕਿ ਆਪਣੇ ਕੋਲ H2O ਹੀ ਰਹੇਗਾ। ਸੋ ਇਹਦੇ ਵਿੱਚ ਕੋਈ ਕੈਮੀਕਲ ਚੇਂਜ ਨਹੀਂ ਆਇਆ, ਇਸ ਕਰਕੇ ਆਨਸਰ ਕੀ ਹੈ? ਫਰੀਜ਼ਿੰਗ ਪੁਆਇੰਟ ਆਫ ਵਾਟਰ। ਨੈਕਸਟ ਹੈ KClO3 ਨੂੰ ਹੀਟ ਕੀਤਾ ਆਪਾਂ, ਕੀ ਬਣਿਆ? KCl plus 3O2। ਇਹ ਕਿਹੜੀ ਰਿਐਕਸ਼ਨ ਹੈ? ਆਪਣੇ ਕੋਲ ਡੀਕੰਪੋਜੀਸ਼ਨ ਰਿਐਕਸ਼ਨ ਹੈ। ਦੇਖੋ ਡੀਕੰਪੋਜ਼ ਹੋ ਰਿਹਾ KClO3, ਪੋਟਾਸ਼ ਚੇਂਜ ਹੋ ਰਿਹਾ KCl ਤੇ 3O2 ਦੇ ਵਿੱਚ, ਇਹ ਕੀ ਹੋ ਰਹੀ? ਡੀਕੰਪੋਜੀਸ਼ਨ, ਰਾਈਟ। ਉਸ ਤੋਂ ਬਾਅਦ ਆਉਂਦਾ ਹੈ gas is made from molten ingredients mainly made up of silica or sand. The liquid is called supercooled liquid. Which one of the following element will hydrogen react to give a gas which smell like a rotten eggs? ਕਿਹੜੇ element ਦੇ ਨਾਲ ਅਗਰ ਆਪਾਂ ਹਾਈਡਰੋਜਨ ਨੂੰ ਰਿਐਕਟ ਕਰਾਂਗੇ ਤਾਂ ਆਪਾਂ ਨੂੰ ਖਰਾਬ ਅੰਡਿਆਂ ਵਰਗੀ ਸਮੈਲ ਆਏਗੀ? ਸਲਫਰ। The plimsoll lines refers to, so important ਹੈ। plimsoll lines ਕਿਹੜੇ ਹੁੰਦੇ ਆਪਣੇ ਕੋਲ? ਦੇਖੋ ਜਿਵੇਂ ਸ਼ਿਪ ਹੁੰਦੀ ਹੈ ਨਾ, ਸ਼ਿਪ ਦੇ ਉੱਪਰ ਨਾ ਛੋਟੀ ਛੋਟੀ ਲਾਈਨਸ ਬਣੀ ਹੁੰਦੀਆਂ, ਜਿਵੇਂ ਮੰਨ ਲਓ ਸ਼ਿਪ ਹੈ, ਇਹਦੇ ਉੱਪਰ ਇੱਥੇ ਇੱਕ ਲਾਈਨਸ ਜਿਵੇਂ ਮਾਰਕਿੰਗ ਕੀਤੀ ਹੁੰਦੀ ਹੈ, ਉਹ ਮਾਰਕਿੰਗ ਕੀਤੀ ਹੁੰਦੀ ਹੈ ਕਿ ਕਿੰਨੀ ਡੂੰਘਾਈ ਤੱਕ ਸ਼ਿਪ ਜਾ ਸਕਦੀ ਹੈ। ਸੋ ਉਹਨਾਂ ਲਾਈਨਸ ਨੂੰ ਆਪਾਂ ਕੀ ਕਹਿੰਦੇ ਆ? plimsoll lines।
So plimsoll lines means the lines marked on the side of the ship which indicates the maximum depth of the ship can sink in a different region of the sea. So yeah, so this is it for today. ਇਸ ਵੀਡੀਓ ਵਿੱਚ ਆਪਾਂ 30 ਕੁਐਸਚਨ ਡਿਸਕਸ ਕਰ ਲਏ ਆ ਸਾਇੰਸ ਦੇ। ਅਗਰ ਤੁਸੀਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਲਈ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਸੋ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ। ਥੈਂਕ ਯੂ ਵੈਰੀ ਮਚ।